ब्रेक तो बाद एक बार फिर तो तुहाडा स्वागत है। खबरों के प्राइम टाइम दे विच अज असीं जिक्र कर रहे हैं पंजाब विधान सभा का कि 3 घंटे की कार्रवाई 3 करोड़ की आबादी के लिए काफ़ी है। इस सैशन कोरोना के काल के विचाले इस दे लई बहुत सारी किंतु परंतु भी होए ने, पर खेतीबाड़ी ऑर्डीनेंस नूं लैके भी विधान सभा के अंदर चर्चा हुई। मेहमान साडे नाल लगातार बने हुए हैं, असीं गलबात नूं अगे तोरांगे। इस विचाले एक बार फिर तो दस दिए कि जो असीं सवाल अपने दर्शकों नाल पुछ रहे हैं, ਅਸੀਂ सवाल पूछ रहे हैं कि रौले रप्पे दे विच विधान सभा की चर्चा चो कि लोक मुद्दे गायब हो रहे हैं। तो लगता है कि लोक मुद्दे गायब हो रहे हैं विधान सभा दे विचों, तां तुसीं अपनी राय सानूं भेज सकते हो हाँ या ना दे विच। ते हाँ दे लई तुहानूं टाइप करना है News18 PHH स्पेस दे के वाई, नहीं दे लई टाइप करना है News18 PHH स्पेस दे के एन। मैं चर्चा नूं अगे वधाउणा। कोटली साहब दा एक बार फिर तो रुख होएगा। कोटली साहब, विरोधी लगातार यही कह रहे हैं कि महज दिखावा है, महज खाना पूर्ति सरकार ने की है। समा बहुत घट सी, बोलण दा समा नहीं दिता। ਅਸੀਂ अपने हल्के के मुद्दे चुकना चाहते सी। बहुत सारे इल्जाम तुहाडे दे उत्ते ने कि तुसीं एक दिन दा सैशन सद्या पर गलबात नहीं कोई कीती। देखो ये ਜਿਹੜੇ इल्जाम ने ये बिल्कुल ही इन्हां दे विच कोई तुक नहीं हैगी। अज पंजाब के मानयोग मुख मंत्री जी ने ऑर्डीनेंस के खिलाफ जिहड़ा रेजोल्यूशन लिआंदा, उन्हां दी एक बड़ी दूरअंदेशी और बड़ी दलेरी दे नाल लिया गया फैसला सीगा, क्योंकि जिहड़ी MSP आ वो लाइफ लाइन है और उसदे उत्ते अज सारे ही मैंबरस ने आपो अपनी राय रखी है। आम आदमी पार्टी दे भी बोले ने ਜਾਂ ਇਹਨਾਂ ਦੇ ਵਿੱਚੋਂ ਗਏ ਹੋਏ ਜਿਹੜੇ ਚਾਹੇ ਉਹ ਕਮਰ ਸੰਧੂ ਜੀ ਹੋਣ, ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ। BJP ਨੇ ਇਸ ਰੈਜ਼ੋਲੂਸ਼ਨ ਦਾ ਵਿਰੋਧ ਕੀਤਾ, ਮੈਂ ਉਹਨਾਂ ਦੀ ਮਜਬੂਰੀ ਸਮਝ ਸਕਦਾ। ਔਰ ਅਕਾਲੀ ਦਲ ਦੀ ਇਹ ਮਜਬੂਰੀ ਆ ਕਿ ਉਹਨਾਂ ਨੇ ਇੱਥੇ ਆਉਣਾ ਹੀ ਠੀਕ ਨਹੀਂ ਸਮਝਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਰੈਜ਼ੋਲੂਸ਼ਨ ਪੰਜਾਬ ਵਿਧਾਨ ਸਭਾ ਵਿੱਚ ਲਿਆਂਦਾ ਜਾਊਗਾ ਤੇ ਅਗਰ ਅਸੀਂ ਉਹਦੇ ਹੱਕ ਵਿੱਚ ਬੋਲਾਂਗੇ ਤਾਂ BJP ਵਾਲੇ ਜਿਹੜੇ ਨੇ ਉਹ ਨਾਰਾਜ਼ ਹੋ ਜਾਣਗੇ, ਔਰ ਅਗਰ ਅਸੀਂ ਇਸ ਦੇ ਖਿਲਾਫ ਜਾਵਾਂਗੇ ਤਾਂ ਪੰਜਾਬ ਦੇ ਲੋਕ ਸਾਨੂੰ ਕਦੇ ਮਾਫ ਨਹੀਂ ਕਰਨਗੇ। सो इस करके मुख मंत्री जी ने बोलते आए भी ये गल कही है कि चाहे इन्हों के 2 मैंबर आ जाते, चाहे 4 मैंबर आ जाते, इन्हों किसी ने नहीं सी रोकया। और ये इन्हों की मजबूरी बन गई कि ये उत्थे हाउस दे विच आके इन्होंने ना तो उस रेजोल्यूशन की प्रौढ़ता की और ना ही उसकी विरोधता की है। सो इस करके लोगों को हुण पता लग गया कि ये जिहड़े लोग ने ये अपनियां राजसी रोटियां दे लई ਇਹ ਕੁਝ ਵੀ ਕਰ ਸਕਦੇ ਨੇ। ਇਹਨਾਂ ਨੂੰ ਨਾ ਤਾਂ ਪੰਜਾਬ ਦਾ ਕਿਸਾਨ ਕਦੇ ਮਾਫ ਕਰੂਗਾ ਔਰ ਨਾ ਹੀ ਆਮ ਲੋਕ ਕਦੇ ਕਰਨਗੇ, ਕਿਉਂਕਿ ਇਹ ਜਿਹੜੀ ਲਾਈਫ ਲਾਈਨ ਅੱਜ ਜਿਹੜੀ ਕਿ ਜਿਹਦੇ ਨਾਲ ਇਕਨੋਮੀ ਵੀ ਜੁੜੀ ਆ ਔਰ ਸਾਡੀ ਕਿਸਾਨੀ ਜੁੜੀ ਹੋਈ ਆ। ਔਰ ਮੈਂ ਸਮਝਦਾ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਸਾਡੇ ਕਿਸਾਨਾਂ ਦੀ ਜਿਹੜੀ ਕਿਸਮਤ ਹੈ ਉਹ ਕੁਝ ਚੰਦ ਪੂੰਜੀਪਤੀਆਂ ਦੇ ਹੱਥ 'ਚ ਦੇਣਾ ਚਾਹੁੰਦੀ ਹੈ, ਤਾਂ ਉਹ ਅਸੀਂ ਨਹੀਂ ਹੋਣ ਦੇਵਾਂਗੇ। ਉਹਦੇ ਲਈ ਹੀ ਅੱਜ ਅਸੀਂ ਰੈਜ਼ੋਲੂਸ਼ਨ ਲਿਆਂਦਾ ਔਰ ਇਹ ਸਭ ਤੋਂ ਅਹਿਮ ਜਿਹੜਾ ਪੰਜਾਬ ਦੇ ਤੁਹਾਡੇ ਕੋਲ ਵਾਪਸ ਜੁੜਿਆ ਹੋਇਆ ਮੁੱਦਾ ਸੀ ਉਹ ਅਸੀਂ ਵਿਚਾਰਿਆ ਉੱਤੇ ਕਰਮ ਲੈ ਲਵਾਂ। ਜੀ ਠੀਕ ਹੈ ਕੋਟਲੀ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆ ਰਿਹਾ। ਟੀਨੂ ਜੀ, ਤੁਹਾਡਾ ਰਿਐਕਸ਼ਨ ਚਾਹਾਂਗੇ। ਅਕਾਲੀ ਦਲ ਦੁਚਿੱਤੀ ਦੇ ਵਿੱਚ ਇਸ ਕਿ ਕਾਂਗਰਸ ਕਹਿ ਰਹੀ ਹੈ ਕਿ ਅਕਾਲੀ ਦਲ ਜੇਕਰ ਵਿਰੋਧ ਕਰਦਾ ਆਰਡੀਨੈਂਸ ਦਾ ਤਾਂ BJP ਨਾਰਾਜ਼ ਸੀ, ਜੇਕਰ ਇਸ ਦੇ ਨਾਲ ਜਾਂਦਾ ਤਾਂ ਕਿਸਾਨਾਂ ਦੇ ਸਾਹਮਣੇ ਕਿਤੇ ਨਾ ਕਿਤੇ ਦਿੱਕਤ ਹੁੰਦੀ। ਦੁਚਿੱਤੀ ਚ ਅਕਾਲੀ ਦਲ, ਕਾਂਗਰਸ ਦਾ ਇਲਜ਼ਾਮ ਹੈ। ਟੀਨੂ ਜੀ। ਗੌਰਵ ਜੀ, ਮੈਂ ਚਾਹੂੰਗਾ ਤੁਸੀਂ ਥੋੜਾ ਜਿਹਾ ਮੈਨੂੰ ਸੁਣ ਲਓ, ਕਿਉਂਕਿ ਕਈ ਵਾਰੀ ਗੱਲ ਫਿਰ ਵਿੱਚ ਅੱਧੀ ਰਹਿ ਜਾਂਦੀ, ਤੁਸੀਂ ਵਿੱਚ ਟੋਕ ਦਿੰਦੇ। ਦੇਖੋ, ਜਿੱਥੇ ਤੱਕ ਪਹਿਲਾਂ ਤਾਂ ਕੋਟਲੀ ਜੀ ਨੇ ਕਿਹਾ ਵੀ ਇਹ ਅਕਾਲੀ ਦਲ ਵਾਲੇ ਆਏ ਨਹੀਂ ਤੇ ਇਹਨਾਂ ਦੇ ਸਪੀਕਰ ਸਾਹਿਬ ਸਾਨੂੰ ਰੋਕਦੇ ਆ ਤੇ ਚਿੱਠੀਆਂ ਕੱਢਦੇ ਆ ਵੀ ਤੁਸੀਂ ਆਓ ਨਾ। ਪਹਿਲਾਂ ਤਾਂ ਮੈਨੂੰ ਇਹ ਆਪਸ 'ਚ ਇਹਨਾਂ ਦੀ ਸਮਝ ਨਹੀਂ ਲੱਗਦੀ ਵੀ ਸਪੀਕਰ ਸਾਹਿਬ ਗਲਤ ਕਰ ਰਹੇ ਆ ਜਾਂ ਇਹ ਗਲਤ ਕਰ ਰਹੇ ਆ। ਇਹ ਕਹਿੰਦੇ ਅਸੀਂ ਆਏ ਨਹੀਂ ਜੀ, ਜਾਣਬੁੱਝ ਕੇ ਨਹੀਂ ਆਏ। ਅੱਛਾ, ਫਿਰ ਸਾਡੀ ਜਦੋਂ ਅਸੀਂ ਨਹੀਂ ਆਉਂਦੇ ਤਾਂ ਸਾਡੇ ਤੇ ਇਲਜ਼ਾਮ ਲਾਉਂਦੇ ਆ ਵੀ ਤੁਸੀਂ ਜਾਣ ਕੇ ਨਹੀਂ ਆਏ, ਤੇ ਜਦੋਂ ਅਸੀਂ ਸੈਸ਼ਨ ਦਾ ਕਹਿੰਦੇ ਆ ਵੀ ਤੁਸੀਂ ਛੋਟਾ ਜਿਹਾ ਰੁਖਾ ਫਿਰ ਕਹਿੰਦੇ ਜੀ ਕਰੋਨਾ ਮਹਾਮਾਰੀ ਬਹੁਤ ਖਤਰਨਾਕ ਆ। ਜੇ ਕਰੋਨਾ ਮਹਾਮਾਰੀ ਬੜੀ ਖਤਰਨਾਕ ਆ ਫਿਰ ਤੁਸੀਂ ਕਾਹਲੀ 'ਚ ਬਿੱਲ ਕਿਉਂ ਪਾਸ ਕਰਾਉਂਦੇ ਆ? ਤੁਸੀਂ ਹਾਜ਼ਰੀਆਂ ਲਵਾ ਲਓ, ਤੁਸੀਂ ਔਬਚਰੀ ਕਰੋ, ਸ਼ਰਧਾਂਜਲੀਆਂ ਕਰੋ, ਖਤਮ ਕਰ ਲਓ। ਕਰੋਨਾ ਮਹਾਮਾਰੀ ਤੋਂ ਬਾਅਦ 'ਚ ਕਰ ਲਿਓ, ਸਾਰੇ ਬਿੱਲ ਲੈ ਕੇ ਆ ਜਾਓ। क्लीनिकल बिल, लेबर कॉन्ट्रैक्ट लेबर बिल तुसी लैके आए, की तुहानू मजबूरी इन्नी जल्दी काली कादी आ? अच्छा, फिर लैके आउणा हुंदा जेड़ा लिस्ट ऑफ बिजनेस आ, लिस्ट ऑफ बिजनेस दे विच तुसी कह नहीं रहे कि असी ऑर्डीनेंस दे उत्ते बहस करनी है जां ऑर्डीनेंस दे उत्ते कोई रेजोल्यूशन लैके आउणा, ते जदों तुसी अंदर चले जांदे आ फिर तुहानू लगदा ऑर्डीनेंस दे उत्ते गल करनी जरूरी है, रेजोल्यूशन जरूरी आ चिट्ठी आ देश दे एग्रीकल्चर मिनिस्टर तोमर साहब दी, ਜਿਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਕਿਹਾ, ਉਹਨਾਂ ਨੇ ਕਾਂਗਰਸ ਨੂੰ ਕਿਹਾ ਇਹ ਗੱਲ ਵੀ ਕਾਂਗਰਸ ਵਾਲੇ ਪੰਜਾਬ 'ਚ ਕੋਈ ਗਲਤ ਪ੍ਰਚਾਰ ਕਰ ਰਹੇ ਆ ਵੀ MSP ਖਤਮ ਹੋ ਜੂਗੀ, ਬਈ ਇਹ ਜੀ APMC ਖਤਮ ਕਰ ਦੇਣਗੇ। ਤਾਂ ਤੋਮਰ ਸਾਹਿਬ ਨੇ, ਕੇਂਦਰ ਸਰਕਾਰ ਨੇ ਸਾਫ਼-ਸਾਫ਼ ਕਿਹਾ APMC ਦੇ ਜਿਹੜੇ ਸੈਂਟਰ ਆ ਉਹ ਕੰਮ ਜਾਰੀ ਰੱਖਣਗੇ,
ਐਮਐਸਪੀ ਨਾ ਕੱਲ ਵੀ ਸੀਗੀ, ਅੱਜ ਵੀ ਰਹੂਗੀ ਤੇ ਆਉਣ ਵਾਲੇ ਸਮੇਂ 'ਚ ਵੀ ਰਹੂਗੀ। ਤੇ ਇਸ ਕਰਕੇ ਸੂਬਾ ਏਜੰਸੀਆਂ ਖਰੀਦ ਕਰ ਸਕਣਗੀਆਂ, ਕਰਦੀਆਂ ਰਹਿਣਗੀਆਂ। ਤੇ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਖੜੀ ਆ, ਕਿਸਾਨਾਂ ਨੂੰ ਉਹਦੀ ਜਿਹੜੀ ਕਾਸ਼ ਦਾ ਲਾਗਤ ਦਾ 50% ਪ੍ਰੋਫਿਟ ਦੇ ਉੱਤੇ ਖੜੀ ਆ, ਅਸੀਂ ਦਵਾਂਗੇ। ਤੇ ਕਾਂਗਰਸ ਦੇ ਇਸ ਭਰਮ ਵਾਲੇ ਪ੍ਰਚਾਰ ਵਿੱਚ ਕਿਸਾਨ ਭਰਾ ਨਾ ਆਉਣ। ਨੰਬਰ 1। ਨੰਬਰ 2 ਗਰਭ ਜੀ, ਬੜੀ ਇੰਪੋਰਟੈਂਟ ਗੱਲ ਆ। ਹੁਣ ਦੱਸੋ, ਆਰਡੀਨੈਂਸ ਹੈਗਾ ਕੇਂਦਰ ਸਰਕਾਰ ਦਾ, ਪੰਜਾਬ ਸਰਕਾਰ ਰੈਜ਼ੋਲੂਸ਼ਨ ਪਾਸ ਕਰੇ ਨਾ ਕਰੇ ਉਹਦਾ ਕੋਈ ਇੰਪੋਰਟੈਂਸ ਨਹੀਂ ਹੈਗੀ ਇਹਨਾਂ ਦੇ ਰੈਜ਼ੋਲੂਸ਼ਨ ਦੀ। ਤੇ 14 ਸਤੰਬਰ ਨੂੰ ਪਾਰਲੀਮੈਂਟ ਦਾ ਸੈਸ਼ਨ ਆ ਰਿਹਾ। ਆਰਡੀਨੈਂਸ ਨੂੰ ਕਾਨੂੰਨ ਦਾ ਐਕਟ ਦਾ ਰੂਪ ਦੇਣ ਲਈ ਪਾਰਲੀਮੈਂਟ ਵਿੱਚ ਜਾਣਾ ਹੁੰਦਾ ਤੇ ਪਾਰਲੀਮੈਂਟ ਵਿੱਚ ਇਹਨਾਂ ਦੇ ਕਾਂਗਰਸ ਦੇ ਐਮਐਲਏ ਬੋਲਣ ਨਾ, ਐਮਪੀ ਬੋਲਣ, ਉੱਥੇ ਜੋ ਨੁਕਸਿਆ ਕਹਿਣ। ਤੇ ਇਹ ਸਿਰਫ ਇੱਕ ਡਰਾਮਾ ਕੀਤਾ ਇਹਨਾਂ ਨੇ ਆਰਡੀਨੈਂਸ ਦਾ ਲਿਆ ਕੇ, ਤਾਂ ਕਿ ਦੂਜੇ ਜਿਹੜੇ ਮੁੱਦੇ ਸਰਕਾਰ ਦੇ ਫੇਲੂਅਰ ਆ, ਜਿਹੜੀ ਐਕਸਾਈਜ਼ ਡਿਊਟੀ ਚੋਰੀ ਹੋਈ ਪੰਜਾਬ 'ਚ, ਜਿਹੜੇ ਕਤਲ ਹੋਏ ਆ, ਉਹ ਜਿਹੜਾ ਬੀਜ ਘੁਟਾਲਾ, ਸਕਾਲਰਸ਼ਿਪ ਘੁਟਾਲਾ, ਤੁਸੀਂ ਆਪਣੀ ਗੱਲ ਕੰਪਲੀਟ ਕਰ ਲਈ ਹੋਏਗੀ। ਉਹਦੇ ਉੱਤੇ ਆਪਣੀ ਗੱਲ ਕੰਪਲੀਟ ਕਰ ਲਈ। ਧਿਆਨ ਡਾਇਵਰਟ ਕਰਨ ਦੇ ਸਵਾਲ ਦਾ ਜਵਾਬ ਦੇ ਦਿਓ, ਮੈਂ ਉਸ ਤੋਂ ਬਾਅਦ ਚਰਚਾ ਤੋਂ ਅੱਗੇ ਵਧਾਂ। ਜੀ ਠੀਕ ਹੈ, ਤੁਸੀਂ ਬਹੁਤ ਕਲੀਅਰ ਕਹਿ ਰਹੇ ਹੋ। ਪਾਰਲੀਮੈਂਟ ਦੇ ਵਿੱਚ ਵੀ ਨੰਬਰਾਂ ਵਾਲੀ ਗੇਮ ਤਾਂ ਹੈਗੀ ਹੈ ਕਿ ਕਿਸ ਦੇ ਕੋਲ ਕਿੰਨੇ ਨੰਬਰ ਨੇ, ਉਸ ਹਿਸਾਬ ਦੇ ਨਾਲ ਹੀ ਉੱਥੇ ਵੀ ਗੱਲ ਹੋਏਗੀ। ਪਰ ਮੇਰਾ ਸਵਾਲ ਇਹ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਆਰਡੀਨੈਂਸ, ਖੇਤੀਬਾੜੀ ਆਰਡੀਨੈਂਸ ਦੇ ਵਿੱਚ ਕੋਈ ਦਿੱਕਤ ਨਹੀਂ ਹੈ, ਤਾਂ ਤੁਸੀਂ ਬੇਸ਼ੱਕ ਅੱਜ ਵਿਧਾਨ ਸਭਾ ਦੇ ਅੰਦਰ ਨਹੀਂ ਗਏ, ਪਰ ਤੁਹਾਨੂੰ ਲੱਗਦਾ ਹੈ ਕਿ ਇਹ ਮਤਾ ਨਹੀਂ ਆਉਣਾ ਚਾਹੀਦਾ ਸੀ, ਤੁਸੀਂ ਇਸ ਮਤੇ ਦੇ ਖਿਲਾਫ ਹੋ? ਦੇਖੋ, ਮੇਰੀ ਬੇਨਤੀ ਇਹ ਆ ਵੀ ਜੋ ਕੇਂਦਰ ਦੇ ਵਜ਼ੀਰ ਨੇ ਕਿਹਾ, ਪਹਿਲਾਂ ਤਾਂ ਉਹ ਪਹਿਲਾਂ ਕੋਈ ਵਰਬਲੀ ਨਹੀਂ ਕਿਹਾ, ਲਿਖਤੀ ਕਹਿ ਰਹੇ ਹੋ, ਲਿਖਤੀ ਪੰਜਾਬ ਨੂੰ ਚਿੱਠੀ ਦੇ ਰਹੇ ਆ ਵੀ ਕਾਂਗਰਸ ਵਾਲੇ ਗਲਤ ਪ੍ਰਚਾਰ ਕਰ ਰਹੇ ਆ। ਨੰਬਰ 2, ਪਾਰਲੀਮੈਂਟ ਵਿੱਚ ਜਦੋਂ ਐਕਟ ਬਣਨਾ ਆ, ਉਦੋਂ ਅਕਾਲੀ ਦਲ ਦੇ ਪ੍ਰਧਾਨ ਆ, ਉੱਥੇ ਅਕਾਲੀ ਦਲ ਦੇ ਮਿਨਿਸਟਰ, ਉਹ ਬੋਲਣਗੇ, ਆਪਣਾ ਵਿਚਾਰ ਰੱਖਣਗੇ, ਆਪਣਾ ਹੱਕ ਰੱਖਣਗੇ। ਪਰ ਇਹ ਇਸ ਵੇਲੇ ਲੋਕ ਜਾਣਨਾ ਚਾਹੁੰਦੇ ਹੋਣਗੇ ਨਾ, ਅੱਜ ਦਾ ਸਵਾਲ ਨਹੀਂ, ਲੋਕ ਜਾਣਨਾ ਚਾਹੁੰਦੇ ਹੋਣਗੇ ਕਿ ਤੁਸੀਂ ਅੱਜ ਵਾਲੇ ਮਤੇ ਦੇ ਖਿਲਾਫ ਹੋ ਜਾਂ ਨਾਲ ਹੋ। ਦੇਖੋ, ਸਾਨੂੰ ਤਾਂ ਉਸ ਮਤੇ ਦੇ ਵਿੱਚ ਡਿਸਕਸ਼ਨ ਕਰਨ ਦਾ ਮੌਕਾ ਨਹੀਂ ਦਿੱਤਾ, ਸਾਨੂੰ ਆਉਣ ਦਿੰਦੇ। ਇੱਕ ਪਾਸੇ ਕੋਟਲੀ ਸਾਹਿਬ ਸਾਨੂੰ ਕਹਿੰਦੇ ਵੀ ਤੁਸੀਂ ਆਏ ਨਹੀਂ, ਤੇ ਸਪੀਕਰ ਸਾਹਿਬ ਕਹਿੰਦੇ ਅਸੀਂ ਤੁਹਾਨੂੰ ਆਉਣ ਨਹੀਂ ਦੇਣਾ, ਸਾਨੂੰ ਚਿੱਠੀਆਂ ਕੱਢਦੇ ਆ। ਜੇ ਅਸੀਂ ਆ ਜਾਂਦੇ ਫਿਰ ਇਹਨਾਂ ਨੇ ਕਹਿਣਾ ਸੀ ਇਹ ਰਿਸਪੌਂਸਿਬਲ ਨਹੀਂ ਹੈਗੇ, ਇਹਨਾਂ ਦੀ ਕੋਈ ਰਿਸਪੌਂਸਿਬਿਲਿਟੀ। ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਜੇ ਚਰਚਾ ਹੁੰਦੀ ਤਾਂ ਉਸ ਤੋਂ ਬਾਅਦ ਹਾਂ ਜਾਂ ਨਾ ਕਰਦੇ। ਠੀਕ ਹੈ ਟੀਨੂ ਜੀ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਮੈਨੂੰ ਇਹ ਦੱਸੋ, ਪੰਜਾਬ 'ਚ ਆਰਡੀਨੈਂਸ ਤੇ ਰੈਜ਼ੋਲੂਸ਼ਨ ਲਿਆਉਣ ਦਾ ਮਤਲਬ ਕੀ ਹੈ? ਤੁਸੀਂ ਆਪਣੀ ਤਫਸੀਲ ਦੇ ਨਾਲ ਗੱਲ ਰੱਖੀ, ਆਪਾਂ ਸਾਰਿਆਂ ਨੂੰ ਚਰਚਾ ਦੇ ਵਿੱਚ ਸ਼ਾਮਲ ਕਰ ਲਈਏ। ਮਾਨੂ ਕੀ ਜੀ? ਹਾਂਜੀ ਸਰ, ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ। ਇਹ ਦੋਨੇ ਮੇਰੇ ਸਾਥੀ ਬੈਠੇ ਆ। ਦੇਖੋ, ਕੋਟਲੀ ਸਾਹਿਬ ਨੇ ਕਿਹਾ ਵੀ ਸਾਡੀ ਕੁਝ ਮਜਬੂਰੀ ਸੀ ਕਿ ਅਸੀਂ ਕਰੋਨਾ ਦੇ ਵਿੱਚ ਸੈਸ਼ਨ ਲੰਬਾ ਨਹੀਂ ਕਰ ਸਕਦੇ। ਠੀਕ ਹੈ, ਮੈਂ ਮੰਨ ਲੈਂਦੀ ਹਾਂ ਇਹਨਾਂ ਦੀ ਇੱਕ ਮਜਬੂਰੀ ਸੀ ਜਿਹਦੀ ਕਰਕੇ। ਪਰ ਦੂਸਰੇ ਪਾਸੇ ਸੈਂਟਰ ਦੇ ਵਿੱਚ ਇਹਨਾਂ ਦੇ ਪ੍ਰਧਾਨ ਕਹਿ ਰਹੇ ਆ ਵੀ ਸੈਸ਼ਨ ਛੋਟਾ ਕਿਉਂ ਕਰ ਰਹੇ ਆ, ਉੱਥੇ ਸੈਸ਼ਨ ਲੰਬਾ ਕਰਨ ਦੀ ਮੰਗ ਕਰ ਰਹੇ ਆ। ਮੌਨਸੂਨ ਦਾ ਸੈਸ਼ਨ ਛੋਟਾ ਹੋ ਗਿਆ, ਉੱਥੇ ਨੂੰ ਸੈਸ਼ਨ ਨੂੰ ਲੰਬਾ ਕਰਨ ਦੀ ਮੰਗ ਮੰਨ ਰਹੇ ਆ। ਤੇ ਜਿੱਥੇ ਪੰਜਾਬ ਦੇ ਵਿੱਚ ਇਹ ਆਪ ਸੈਸ਼ਨ ਲੰਬਾ ਕਰ ਸਕਦੇ ਆ, ਉੱਥੇ ਇਹ ਕਹਿ ਰਹੇ ਆ ਵੀ ਕਰੋਨਾ ਕਰੋਨਾ ਦਿੱਲੀ 'ਚ ਨਹੀਂ, ਪੰਜਾਬ 'ਚ ਹੀ ਆ। ਤੇ ਦੂਸਰੀ ਗੱਲ, ਬਿਲਕੁਲ ਸਾਥੀ ਮੇਰੇ ਟੀਨੂ ਜੀ ਨੇ ਕਿਹਾ ਬਈ ਹੁਣ ਇਹ ਕੇਂਦਰ ਦੇ ਵਿੱਚ ਬਿੱਲ ਆ ਰਿਹਾ, ਉੱਥੇ ਰੱਜ ਕੇ ਕਾਂਗਰਸ ਤੇ ਅਕਾਲੀ ਦਲ ਦੇ ਜਿਹੜੀ ਮੰਤਰੀ ਬੈਠੇ ਆ ਜਾਂ ਬੀਜੇਪੀ ਦੇ ਮੰਤਰੀ ਬੈਠੇ ਆ, ਇਹਦਾ ਵਿਰੋਧ ਕਰ ਲੈਣ ਜਾਂ ਇਹਦੇ ਹੱਕ 'ਚ ਵਿਚਾਰ ਦੇ ਦੇਣ। ਅਸੀਂ ਇਹੀ ਤਾਂ ਕਹਿ ਰਹੇ ਹਾਂ ਕਿ ਜਿਹੜੇ ਸਾਡੇ ਇੱਥੋਂ ਦੇ 3 ਮੰਤਰੀ ਬੈਠੇ ਆ, ਉੱਥੇ ਸਾਡੇ ਪੰਜਾਬ ਦਾ ਪੱਖ ਪੇਸ਼ ਕਰਨ, ਸਾਡੇ ਉੱਥੇ ਬੋਲਣ। ਸਾਡੇ ਬੀਬਾ ਜੀ ਬੈਠੇ ਆ, ਹਰਸਿਮਰਤ ਮੰਤਰੀ ਜੀ, ਹਰਸਿਮਰਤ ਕੌਰ ਬਾਦਲ ਜੀ, ਜਿਹੜੇ ਫੂਡ ਪ੍ਰੋਸੈਸਿੰਗ ਮੰਤਰੀ ਆ, ਜਿਨ੍ਹਾਂ ਦਾ ਇਹਦੇ ਨਾਲ ਸਿੱਧਾ ਸੰਬੰਧ ਹੈ, ਉਹ ਉੱਥੇ ਕਰਨ ਇਹਦਾ ਵਿਰੋਧ ਵੀ ਭਾਈ ਇਹਦੇ ਨਾਲ ਮੇਰੇ ਪੰਜਾਬ ਦੀ ਕਿਸਾਨੀ ਰੁੜ ਰਹੀ ਆ, ਇਹਦਾ ਨੁਕਸਾਨ ਹੈ। ਜਿਹੜੀ ਆਪਾਂ ਗੱਲ ਕਰ ਰਹੇ ਇੱਥੋਂ ਬਿਲਕੁਲ ਅਸੀਂ ਵਿਰੋਧ ਪਾ ਕੇ ਭੇਜਿਆ। ਪੰਜਾਬ ਦਾ ਫਰਜ਼ ਵੀ ਬਣਦਾ ਆਪਣੇ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਬੋਲਣਾ। ਪਰ ਜੇ ਅਸੀਂ ਸੈਸ਼ਨ ਦੀ ਗੱਲ ਕਰੀਏ, ਇੱਕ ਸੈਸ਼ਨ ਦੇ ਵਿੱਚ ਕੁਐਸਚਨ ਆਰ ਹੁੰਦੇ ਆ ਜਿਹਦੇ ਚ 117 ਐਮਐਲਏ ਆਪਣੇ ਕੁਐਸਚਨ ਲਾਉਂਦੇ ਆ, 0 ਆਰ ਹੁੰਦਾ ਜਿਹਦੇ ਚ ਜ਼ਹਿਰੀਲੀ ਸ਼ਰਾਬ ਦਾ ਮੁੱਦਾ ਵੀ ਉੱਠਣਾ ਚਾਹੀਦਾ ਸੀ ਕਿਉਂਕਿ ਕਰੰਟ ਇਸ਼ੂ ਆ ਪੰਜਾਬ ਦਾ, ਕਾਲ ਅਟੈਂਸ਼ਨ ਹੁੰਦੀ ਆ। ਇਹ 3 ਮੁੱਦੇ ਕਿਉਂ ਖਤਮ ਕਰਤੇ? ਜੇ ਇੱਕ ਦਿਨ ਦਾ ਸੈਸ਼ਨ ਬੁਲਾਇਆ ਹੀ ਸੀ, ਇਹ ਵੀ ਨਾਲ ਹੀ ਡਿਸਕਸ ਕਰ ਲੈਂਦੇ। ਇਹਨਾਂ ਨਾਲ ਕਿਹੜਾ ਕਰੋਨਾ ਸੀ? ਜੇ ਆਪਾਂ ਪੰਜਾਬ ਬਿੱਲ ਨੂੰ ਲਿਆ ਕੇ ਸਿਰਫ 2 ਬਿੱਲਾਂ ਦੇ ਲਈ ਆਪਾਂ 3 ਬਿੱਲਾਂ ਦੇ ਲਈ 70 ਲੱਖ ਕਰ ਦਿੱਤਾ, ਜੇ ਆਪਾਂ 4 ਕੁਐਸਚਨ ਵੀ 20 ਸੁਣ ਲੈਂਦੇ, 3 ਕਾਲ ਅਟੈਂਸ਼ਨ ਮੋਸ਼ਨ ਵੀ ਲੈ ਲੈਂਦੇ, ਤੇ ਉਹ ਕਿੰਨਾ ਟਾਈਮ ਲੈ ਜਾਂਦੀਆਂ? 1 ਘੰਟਾ ਹੀ ਲੈ ਕੇ ਜਾਣਾ ਸੀ। ਠੀਕ ਹੈ, ਮੈਂ ਤਾਂ ਬਿਲਕੁਲ ਵੈਲਿਡ ਪੁਆਇੰਟ ਹੈ। ਮੈਂ ਇਹੀ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਚਰਚਾ ਤੁਰੀ ਨਹੀਂ ਤੇ ਉਸ ਦੇ ਉੱਤੇ ਮੋਹਰ ਲੱਗ ਗਈ, ਯਾਨੀ ਕਿ ਕਿਸੇ ਬਿੱਲ ਦੇ ਉੱਤੇ ਚਰਚਾ ਨਹੀਂ ਹੋਈ, ਉਸ ਤੋਂ ਬਾਅਦ ਸਿੱਧਾ ਮੋਹਰ ਲਗਾ ਦਿੱਤੀ ਗਈ, 5 ਬਿੱਲ ਪਾਸ ਕਰ ਦਿੱਤੇ ਗਏ ਨੇ। ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਨਾਰੰਗ ਸਾਹਿਬ, ਚਰਚਾ ਦੇ ਲਈ ਸਮਾਂ ਮਿਲਿਆ
ਜੋ ਮਤਾ ਸੀ ਉਸ ਦੇ ਵਿੱਚ ਤੁਹਾਨੂੰ ਆਪਣਾ ਪੱਖ ਰੱਖਣ ਦਾ ਸਮਾਂ ਮਿਲਿਆ? ਪਹਿਲੀ ਤਾਂ ਗੱਲ ਹੈ ਗੌਰਵ ਜੀ, ਜਿੰਨੇ ਵੀ ਮਤੇ ਆਉਂਦੇ ਆ ਨਾ ਜੀ, ਉਹ ਮਤੇ ਇੱਕਦਮ ਟੇਬਲ ਤੇ ਆ ਜਾਂਦੇ ਆ। ਉਹ ਰੈਜ਼ੋਲੂਸ਼ਨ ਟੇਬਲ ਤੇ ਮਿਲਦੇ ਆ ਸਾਨੂੰ ਪਹਿਲਾਂ, ਜਦ ਕਿ ਸਾਨੂੰ 15 ਦਿਨ ਪਹਿਲਾਂ ਮਿਲਣੇ ਚਾਹੀਦੇ। ਉਹਦੇ ਤੇ ਅਸੀਂ ਕੁਝ ਸੋਚੀਏ, ਵਿਚਾਰ ਕਰਕੇ ਅਸੀਂ ਬੋਲੀਏ। ਅੱਜ ਜਿਹੜਾ ਕਿਸਾਨੀ ਦਾ ਜਿਹੜਾ ਮੇਨ ਇਸ਼ੂ, ਜਿਹੜਾ ਮੇਨ ਰੈਜ਼ੋਲੂਸ਼ਨ ਆਇਆ ਹੈ, ਇਹ ਰੈਜ਼ੋਲੂਸ਼ਨ ਟੋਟਲੀ ਕਿਸਾਨਾਂ ਦੇ ਹਿੱਤ ਦੇ ਵਿੱਚ ਰੈਜ਼ੋਲੂਸ਼ਨ ਹੈ। ਜਦੋਂ ਕਿ ਇੱਕ ਕਾਂਗਰਸ ਪਾਰਟੀ ਜਾਂ ਆਮ ਆਦਮੀ ਪਾਰਟੀ ਸਿਰਫ ਰਾਜਨੀਤੀ ਵਾਸਤੇ ਰਾਜਨੀਤੀ ਕਰ ਰਹੇ, ਇਹਦੇ ਵਿੱਚ ਕਿਸਾਨਾਂ ਦੀ ਕੋਈ ਖਰੀਦ ਬੰਦ ਨਹੀਂ ਹੋਣੀ, ਕੇਂਦਰ ਦੇ ਕੋਈ ਐਮਐਸਪੀ ਬੰਦ ਨਹੀਂ ਹੋਣੀ। ਕੇਂਦਰ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਸੈਸ਼ਨ ਤੁਸੀਂ ਪਾਰਲੀਮੈਂਟ ਦਾ ਬੜਾ ਛੋਟਾ ਸੱਦ ਲਿਆ, ਉੱਥੇ ਵੀ ਇਹੀ ਗੱਲ ਹੁੰਦੀ ਹੈ ਕਿ ਤੁਸੀਂ ਬਿੱਲ ਲੈ ਕੇ ਆ ਜਾਂਦੇ ਹੋ, ਫਿਰ ਸਾਨੂੰ ਕਹਿੰਦੇ ਹੋ ਕਿ ਇਸ ਦੇ ਹੱਕ ਦੇ ਵਿੱਚ ਕਰੋ ਜਾਂ ਇਸ ਦੇ ਵਿਰੋਧ ਦੇ ਵਿੱਚ ਕਰੋ। ਉੱਥੇ ਕਾਂਗਰਸ ਇਲਜ਼ਾਮ ਲਗਾਉਂਦੀ ਹੈ ਜੋ ਤੁਸੀਂ ਇੱਥੇ ਲਗਾ ਰਹੇ ਹੋ ਕਿ ਸਾਨੂੰ ਬਿੱਲ ਪੜਨ ਦੇ ਲਈ ਨਹੀਂ ਦਿੱਤਾ ਜਾਂਦਾ, ਸਾਨੂੰ ਨਹੀਂ ਸਮਾਂ ਦਿੱਤਾ ਜਾਂਦਾ ਕਿ ਅਸੀਂ ਉਸ ਦੇ ਉੱਤੇ ਪੰਜਾਬ ਦੇ ਐਮਐਲਏ ਗੌਰਵ ਜੀ, ਅਸੀਂ ਪੰਜਾਬ ਦੇ ਐਮਐਲਏ, ਪੰਜਾਬ ਵਿਧਾਨ ਸਭਾ ਦੀ ਆਪਣਾ ਚਰਚਾ ਚੱਲ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਇੰਨਾ ਵੀ ਛੋਟਾ ਨਹੀਂ ਹੋਣਾ ਚਾਹੀਦਾ ਵੀ ਆ ਕੇ ਸਿਰਫ ਹਾਜ਼ਰੀ ਲਵਾਓ ਤੇ ਜਾਓ। ਇਹ ਤਾਂ ਕੋਈ ਗੱਲ ਨਾ ਹੋਈ। ਮਤਲਬ ਜਿਹੜਾ ਤੁਸੀਂ ਲਿਸਟ ਆਫ ਬਿਜ਼ਨਸ ਦਿੱਤਾ ਉਹ ਵੀ ਕੱਟਤਾ, ਉਹ ਵੀ ਖਤਮ ਕਰਤਾ, ਲੇਕਿਨ ਸਿਰਫ ਇੱਕ ਜਿੱਦ ਪੁਗਾਉਣ ਵਾਸਤੇ ਸਵਾਲ ਤਾਂ ਦੇਖੋ ਤਾਂ ਹੀ ਹੈ ਨਾ ਕਿ ਤੁਸੀਂ ਬੀਜੇਪੀ ਨੂੰ ਵੀ ਰਿਪਰੈਜ਼ੈਂਟ ਸੀਗਾ, ਉਹ ਇਸ ਲਿਆ ਕੇ ਬੰਦ ਰਿਪਰੈਜ਼ੈਂਟ ਕਰ ਰਹੇ ਹੋ ਤੇ ਤੁਸੀਂ ਬੀਜੇਪੀ ਨੂੰ ਵੀ ਰਿਪਰੈਜ਼ੈਂਟ ਕਰ ਰਹੇ ਹੋ। ਮੇਰਾ ਸਵਾਲ ਤਾਂ ਹੀ ਸੀ। ਮੈਂ ਕੋਟਲੀ ਸਾਹਿਬ ਦਾ ਰੁਖ ਕਰ ਲੈਣਾ। ਕੋਟਲੀ ਸਾਹਿਬ ਦੇਖੋ, ਵਾਰ-ਵਾਰ ਇਹੀ ਇਲਜ਼ਾਮ ਲੱਗ ਰਹੇ ਨੇ। ਇਲਜ਼ਾਮ ਜੋ ਮਾਨੂਕੀ ਜੀ ਨੇ ਲਗਾਇਆ, ਉਹ ਮਾਨੂਕੀ ਜੀ ਇਹ ਕਹਿ ਰਹੇ ਨੇ ਕਿ ਤੁਸੀਂ ਬਿੱਲ ਲਿਆ ਕੇ ਰੱਖ ਦਿੱਤਾ। ਜੀ ਨਾਰੰਗ ਸਾਹਿਬ ਕੰਪਲੀਟ ਕਰ ਲਓ, ਮੈਨੂੰ ਦਿਓ ਜੀ 1 ਮਿੰਟ। ਮੈਂ 1 ਮਿੰਟ ਵਾਸਤੇ ਸਿਰਫ ਥੋੜੀ 10 ਸਕਿੰਟ ਬੋਲੂੰਗਾ ਜੀ। ਮੇਰੀ ਗੱਲ, ਐਡਾ ਵੱਡਾ ਇਸ਼ੂ ਜਿਹੜਾ ਐਸਸੀ ਸਕਾਲਰਸ਼ਿਪ ਦਾ ਸੀਗਾ, ਉਹ ਇਸ਼ੂ ਉੱਥੇ ਤਾਂ ਹੋਇਆ ਹੀ ਨਹੀਂ ਜੀ। ਜਿੰਦੇ ਵਿੱਚ ਸਿੱਧਾ ਇਹਨਾਂ ਦੇ ਸੈਕਟਰੀ ਨੇ ਇਲਜ਼ਾਮ ਲਾਤਾ ਮੰਤਰੀ ਤੇ ਸੀਐਮ ਸਾਹਿਬ ਨੂੰ ਤਾਂ ਚਾਹੀਦਾ ਸੀ ਵੀ ਇਮਾਨਦਾਰ ਸਰਕਾਰ ਚਲਾ ਰਹੇ, ਮੰਤਰੀ ਨੂੰ ਉਦੋਂ ਹੀ ਮੌਕੇ ਤੇ ਬਰਖਾਸਤ ਕਰੋ। ਕਿਉਂ ਨਹੀਂ ਬਰਖਾਸਤ ਕਰਦੇ? ਇਹ ਚੀਜ਼ ਜੇ ਟਾਈਮ ਮਿਲਦਾ, ਹੋਰ ਟਾਈਮ ਹੁੰਦਾ ਤੇ ਇਹਦੇ ਤੇ ਬਹਿਸ ਹੋਣੀ ਸੀ। ਐਸੇ ਇੰਨੇ ਵੱਡੇ ਦਲਿਤ ਸਾਡੇ ਬੱਚਿਆਂ ਦੇ ਭਵਿੱਖ ਖਰਾਬ ਕਰਤੇ, ਉਹਨਾਂ ਦਾ ਭਵਿੱਖ ਖਰਾਬ ਠੀਕ ਹੈ। ਤੁਸੀਂ ਸਕਾਲਰਸ਼ਿਪ ਦਾ ਮੁੱਦਾ ਵੀ ਚੁੱਕ ਰਹੇ ਹੋ ਉਸ ਦੇ ਉੱਤੇ, ਠੀਕ ਹੈ। ਕੋਟਲੀ ਤੁਹਾਡਾ ਰਿਐਕਸ਼ਨ ਚਾਹੂੰਗਾ, ਆਪਣੇ ਕੋਲ ਸਮਾਂ ਬਹੁਤ ਪੂਰਾ। ਨਾਰੰਗ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਕੋਟਲੀ ਜੀ ਇਹ ਕਹਿ ਰਹੇ ਨੇ ਕਿ ਬਿੱਲ ਤੁਸੀਂ ਲਿਆ ਕੇ ਹੱਥ ਦੇ ਵਿੱਚ ਦੇ ਦਿੱਤਾ ਤੇ ਉਹ ਪਾਸ, ਇਹ ਨਹੀਂ ਦੱਸਿਆ ਬਿੱਲ 'ਚ ਕੀ ਹੈ ਕੀ ਨਹੀਂ ਹੋਏਗਾ, ਕਿ ਘੱਟੋ ਘੱਟ ਪਹਿਲਾਂ ਹੀ ਦੱਸ ਦਿਓ, ਪੜ੍ਹ ਲੈਣ ਸਾਰੇ ਵਿਧਾਇਕ, ਉਹਨਾਂ ਦੀ ਕੋਈ ਰਾਏ ਹੁੰਦੀ ਹੈ, ਕੋਈ ਅਮੈਂਡਮੈਂਟ ਹੁੰਦੀ ਹੈ, ਉਹਨਾਂ ਦਾ ਵੀ ਕੋਈ ਰਾਏ ਮਸ਼ਵਰਾ ਚੰਗਾ ਹੋਏਗਾ, ਉਹ ਐਡ ਕੀਤਾ ਜਾ ਸਕਦਾ। ਕੋਟਲੀ ਜੀ। ਗੌਰਵ ਜੀ, ਪਹਿਲਾਂ ਮੈਂ ਅਕਾਲੀ ਦਲ ਤੋਂ ਇਹ ਗੱਲ ਦਾ ਸਵਾਲ ਕਰਦਾ ਕਿ ਉਹ ਚਲੋ ਅੱਜ ਵਿਧਾਨ ਸਭਾ ਵਿੱਚ ਆਏ ਜਾਂ ਨਹੀਂ ਆਏ, ਉਹ ਇੱਕ ਵੱਖਰੀ ਗੱਲ ਆ, ਪਰ ਜਦੋਂ ਇਹ ਬਿੱਲ ਬਣਨ ਦੇ ਲਈ ਉੱਥੇ ਆਊਗਾ ਪਾਰਲੀਮੈਂਟ ਦੇ ਵਿੱਚ, ਕੀ ਅਕਾਲੀ ਦਲ ਉਹਦਾ ਵਿਰੋਧ ਕਰੂਗਾ ਜਾਂ ਉਹਦੇ ਹੱਕ ਵਿੱਚ ਖੜਾ ਹੋਊਗਾ? ਇੱਕ ਤਾਂ ਸਾਨੂੰ ਇਹਨਾਂ ਤੋਂ ਇਸ ਗੱਲ ਦਾ ਜਵਾਬ ਸਾਨੂੰ ਚਾਹੀਦਾ। ਔਰ ਦੂਜੀ ਗੱਲ ਆ, ਦੇਖੋ 7 ਅਹਿਮ ਜਿਹੜੇ ਬਿੱਲ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਏ, ਔਰ ਜਦੋਂ ਬਿੱਲ ਪੇਸ਼ ਹੁੰਦਾ ਉਹ ਤੋਂ ਬਾਅਦ ਮੌਕਾ ਮਿਲਦਾ, ਔਰ ਬਹੁਤ ਸਾਰੇ ਜਿਹੜੇ ਵਿਰੋਧੀ ਧਿਰ ਦੇ ਮੈਂਬਰ ਨੇ ਉਹਨਾਂ ਨੇ ਆਪਣੇ ਵਿਚਾਰ ਵੀ ਰੱਖੇ ਨੇ। ਜਦੋਂ ਲਾਅ ਯੂਨੀਵਰਸਿਟੀ ਦਾ ਬਿੱਲ ਆਇਆ ਤਾਂ ਆਮ ਆਦਮੀ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੇ ਆਪਣੇ ਵਿਚਾਰ ਰੱਖੇ, ਔਰ ਹੋਰ ਅਹਿਮ ਬਿੱਲ ਜਿਹੜੇ ਨੇ ਉਹ ਸਰਕਾਰ ਨੇ ਅੱਜ ਪਾਸ ਕਰਾਏ ਨੇ। ਤਾਂ ਮੌਕਾ ਸਰਕਾਰ ਵੱਲੋਂ ਬਿਲਕੁਲ ਦਿੱਤਾ ਜਾਂਦਾ, ਔਰ ਇਹਨਾਂ ਨੂੰ ਬਿਲਕੁਲ ਤਿਆਰੀ ਕਰਕੇ ਆਉਣੀ ਚਾਹੀਦੀ ਹੈ। ਐਸੀ ਗੱਲ ਨਹੀਂ, ਇਹ ਜਿਹੜੇ ਵਿਧਾਨਕ ਕੰਮ ਨੇ ਜਾਂ ਸਰਕਾਰੀ ਕੰਮਕਾਜ ਨੇ, ਇਹਨਾਂ ਦੇ ਨਿਯਮ ਬਣੇ ਹੋਏ ਨੇ, ਸੋ ਉਹਨਾਂ ਨਿਯਮਾਂ ਦੇ ਉੱਤੇ ਹੀ ਵਿਧਾਨ ਸਭਾ ਚੱਲਦੀ ਹੈ, ਔਰ ਸਾਰੇ ਮੈਂਬਰਾਂ ਨੂੰ ਪੂਰਾ ਹੱਕ ਦਿੱਤਾ ਜਾਂਦਾ, ਚਾਹੇ ਉਹ ਲੋਕ ਇਨਸਾਫ ਪਾਰਟੀ ਦੇ ਮੈਂਬਰ ਨੇ, ਉਹਨਾਂ ਨੇ ਵੀ ਆਪਣੇ ਵਿਚਾਰ ਰੱਖੇ ਨੇ। ਸੋ ਇਸ ਕਰਕੇ ਇਹ ਗੱਲ ਕਹਿ ਦੇਣੀ ਕਿ ਇਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਜਾਂ ਇਹਨਾਂ ਨੂੰ ਜਿਹੜੇ ਬਿੱਲ ਨੇ ਉਹ ਪਹਿਲਾਂ ਨਹੀਂ ਦਿੱਤੇ ਗਏ, ਇਹ ਤਾਂ ਸਰਕਾਰ ਨੇ ਦੇਖਣਾ ਹੁੰਦਾ। ਸਰ ਉਹ ਤਾਂ ਇਹ ਕਹਿ ਰਹੇ ਨੇ ਸਭ ਬਿੱਲ ਜਿਹੜੇ ਨੇ ਲੈ ਕੇ ਆਉਣੇ ਨੇ, ਔਰ ਉਹਨਾਂ ਦੀਆਂ ਜਿਹੜੀਆਂ ਤਾਂ ਇਹ ਕਹਿ ਰਹੇ ਨੇ ਕਿ 27 ਤਰੀਕ ਨੂੰ ਅਸੀਂ ਕਰੋਨਾ ਦੀ ਰਿਪੋਰਟ ਨੈਗੇਟਿਵ ਲੈ ਕੇ ਆਏ ਹਾਂ, ਸਾਨੂੰ ਐਂਟਰੀ ਨਹੀਂ ਦਿੱਤੀ ਗਈ। ਟੀਨੂ ਜੀ, ਤੁਹਾਡਾ ਲਾਸਟ ਰਿਐਕਸ਼ਨ ਚਾਹਾਂਗਾ 30 ਸੈਕਿੰਡ, ਜੋ ਸਵਾਲ ਪੁੱਛ ਰਹੇ ਸੀ, ਜੇਕਰ ਤੁਸੀਂ ਉਸ ਦਾ ਜਵਾਬ ਦੇਣਾ ਚਾਹੋ। ਦੇਖੋ ਜੀ ਗੌਰਵ ਜੀ, ਸ਼੍ਰੋਮਣੀ ਅਕਾਲੀ ਦਲ ਮੁੱਢੋਂ ਹੀ ਇਤਿਹਾਸ ਜਾਣਦਾ ਆ ਕਿ ਕਿਸਾਨਾਂ ਦੀ ਹਮਾਇਤੀ ਤੇ ਉਹਨਾਂ ਦੀ ਰੱਖਿਅਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ। ਪੂਰੇ ਦੇਸ਼ 'ਚ ਜੇ ਕਿਸਾਨਾਂ ਲਈ ਲੜਾਈ ਲੜੀ ਹੈ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲੰਬਾ ਸਮਾਂ ਲਾਇਆ ਇਸ ਪੰਜਾਬੀਅਤ ਲਈ ਤੇ ਕਿਸਾਨਾਂ ਲਈ। ਜੇ ਪੰਜਾਬ ਵਿੱਚ ਕਿਸਾਨਾਂ ਨੂੰ ਅੱਜ ਬਿਜਲੀ ਮੁਫਤ ਮਿਲਦੀ ਆ ਤਾਂ ਅਕਾਲੀ ਸਰਕਾਰ, ਬੀਜੇਪੀ ਸਰਕਾਰ ਕਰਕੇ ਮਿਲਦੀ ਆ, ਨਹੀਂ ਤਾਂ ਕੈਪਟਨ ਸਾਹਿਬ ਨੇ 2006 'ਚ ਬੰਦ ਕਰਤੀ ਸੀ। ਹੁਣ ਰਹਿ ਗਈ ਗੱਲ ਆਰਡੀਨੈਂਸ ਦੀ। ਦੇਖੋ ਆਰਡੀਨੈਂਸ ਆ, ਹੱਲੇ ਇਹਦਾ ਬਿੱਲ ਜਿਹੜਾ ਆ ਸਪਟੰਬਰ 'ਚ ਆ ਰਿਹਾ ਆ,
ਤੇ ਉਹਦੇ ਉੱਤੇ ਤੁਸੀਂ ਫਿਕਰ ਨਾ ਕਰੋ ਕਾਂਗਰਸ ਵਾਲਿਓ, ਸਾਨੂੰ ਪਤਾ ਤੁਸੀਂ ਕਿਸਾਨਾਂ ਲਈ ਕੀ ਕਰਦੇ ਆ। ਤੁਹਾਡੇ ਵੇਲੇ ਤੇ ਹੁਣ ਦੀ ਕੇਂਦਰ ਸਰਕਾਰ ਵੇਲੇ ਕਿਸਾਨਾਂ ਨੂੰ ਤੁਹਾਡੇ ਤੋਂ ਬੈਟਰ ਕਈ ਜਿਹੜੀਆਂ ਜਿਨਸਾਂ ਉਹਦਾ ਭਾਅ ਮਿਲ ਰਿਹਾ, ਤੁਹਾਡੇ ਤੋਂ ਕਿਤੇ ਬੈਟਰ। ਕਾਂਗਰਸ ਨੇ ਕਦੀ ਕਿਸਾਨ ਦੀ ਭਲਾਈ ਨਹੀਂ ਕੀਤੀ, ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਹਮਾਇਤ ਲਈ, ਕਿਸਾਨਾਂ ਦੀ ਭਲਾਈ ਲਈ ਬਹੁਤ ਵਧੀਆ ਫੈਸਲਾ ਲਊਗਾ ਪਾਰਲੀਮੈਂਟ ਦੇ ਅੰਦਰ। ਇਹ ਤੁਹਾਡੇ ਧੋਣੇ ਸਾਰੇ ਤੁਹਾਡੇ ਭੁਲੇਖੇ ਦੂਰ ਕਰ ਦਿਆਂਗੇ ਜੀ, ਤੁਸੀਂ ਤੁਹਾਡੇ ਭੁਲੇਖੇ ਦੂਰ ਕਰ ਦਿਆਂਗੇ ਸਾਰੇ। ਠੀਕ ਹੈ, ਤੁਸੀਂ ਜੋ ਜ਼ਿਕਰ ਕਰ ਰਹੇ ਹੋ ਤੇ ਕਾਂਗਰਸ ਇਸ ਦੇ ਨਾਲ ਕਿੰਨਾ ਕਿ ਇਤਫਾਕ ਰੱਖਦੀ ਹੈ ਉਹ ਵੀ ਦੇਖਣਾ ਹੋਏਗਾ। ਖੈਰ, ਜਦੋਂ ਪਾਰਲੀਮੈਂਟ ਦਾ ਸੈਸ਼ਨ ਆਏਗਾ, ਪਾਰਲੀਮੈਂਟ ਦੇ ਸੈਸ਼ਨ 'ਚ ਬਿੱਲ ਆਉਂਦਾ ਤਾਂ ਉਸ ਦੇ ਉੱਤੇ ਕਿਵੇਂ ਚਰਚਾ ਹੁੰਦੀ ਹੈ ਤੇ ਕੀ ਕੁਝ ਜਿਹੜੀਆਂ ਇਸ ਪੂਰੇ ਬਿੱਲ ਦੇ ਵਿੱਚ ਚੀਜ਼ਾਂ ਰੱਖੀਆਂ ਜਾਂਦੀਆਂ ਨੇ ਉਸ ਦੀ ਗੱਲ ਹੋਏਗੀ। ਮੈਂ ਮਾਫੀ ਚਾਹੂੰਗਾ ਮਾਣੂਕੇ ਜੀ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ, ਮੈਂ ਤੁਹਾਡੇ ਤੋਂ ਲਾਸਟ ਰਿਐਕਸ਼ਨ ਨਹੀਂ ਲੈ ਪਾਉਂਗਾ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਦੇਖੋ, ਅਸੀਂ ਇਹੀ ਮੁੱਦਾ ਵਿਚਾਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵਾਕਈ ਹੀ ਲੋਕਾਂ ਦੇ ਮੁੱਦਿਆਂ ਉੱਤੇ ਗੱਲਬਾਤ ਨਹੀਂ ਹੁੰਦੀ, ਕਿਉਂਕਿ ਸੈਸ਼ਨ ਦੇ ਸਮੇਂ ਨੂੰ ਲੈ ਕੇ ਤਾਂ ਸਵਾਲ ਹਰ ਵਾਰੀ ਉੱਠਦਾ ਹੈ। ਇਹ ਪਹਿਲੀ ਵਾਰ ਨਹੀਂ ਹੈ। ਇਹ ਕਰੋਨਾ ਦੇ ਕਾਲ ਦੇ ਵਿੱਚ ਬਹੁਤ ਸਾਰੇ ਐਕਸਕਿਊਜ਼ ਦਿੱਤੇ ਜਾ ਰਹੇ ਹੋਣ, ਪਰ ਇਹ ਜਦੋਂ ਪਹਿਲਾਂ ਵੀ ਸੈਸ਼ਨ ਹੁੰਦੇ ਨੇ ਉਦੋਂ ਵੀ ਇਹੀ ਕਿਹਾ ਜਾਂਦਾ ਕਿ ਮਿਆਦ ਬਹੁਤ ਘਟਦੀ ਜਾਂਦੀ ਹੈ। ਤਾਂ ਸਵਾਲ ਤਾਂ ਇਹੀ ਹੈ ਕਿ ਲੋਕਾਂ ਦੇ ਮੁੱਦਿਆਂ ਲਈ ਕਿ ਵਾਕਈ ਵਿਧਾਨ ਸਭਾ ਦਾ ਸੈਸ਼ਨ ਦਾ ਇਜਲਾਸ ਲੰਬਾ ਨਹੀਂ ਹੋਣਾ ਚਾਹੀਦਾ। ਕਿ ਲੋਕਾਂ ਦੇ ਸਾਹਮਣੇ ਵੀ ਸਵਾਲ ਹੈ। ਅਸੀਂ ਆਪਣੇ ਦਰਸ਼ਕਾਂ ਤੋਂ ਜੋ ਸਵਾਲ ਪੁੱਛਿਆ ਸੀ, ਮੈਂ ਉਸ ਦੀ ਰਾਏ ਕੀ ਹੈ, ਸਾਡੇ ਦਰਸ਼ਕਾਂ ਦੀ ਰਾਏ ਕੀ ਹੈ ਉਹ ਦੱਸਾਂਗਾ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਸਾਡੇ ਨਾਲ ਬਣੇ।